ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਅੱਜ ਦੀ ਜੋ ਕਥਾ ਵਿਚਾਰ ਹੈ ਉਹ ਜੋ ਸਾਡੇ 5 ਕੋਸ਼ ਨੇ ਉਹਨਾਂ ਦੇ ਉੱਪਰ। ਗੁਰੂ ਮਹਾਰਾਜ ਦੀ ਕਿਰਪਾ ਸਦਕਾ ਸਾਡਾ ਪਹਿਲਾ ਜੋ ਕੋਸ਼ ਹੈ ਉਹ ਹੈ ਅੰਨਮਈ ਕੋਸ਼, ਉਸ ਤੋਂ ਬਾਅਦ ਹੈ ਪ੍ਰਾਣਮਈ ਕੋਸ਼, ਉਸ ਤੋਂ ਬਾਅਦ ਹੈ ਮਨਮਈ ਕੋਸ਼ ਅਤੇ ਉਸ ਤੋਂ ਉਪਰੰਤ ਹੈ ਵਿਗਿਆਨਮਈ ਕੋਸ਼ ਅਤੇ ਵਿਗਿਆਨਮਈ ਕੋਸ਼ ਤੋਂ ਉਪਰੰਤ ਹੈ ਆਨੰਦਮਈ ਕੋਸ਼। ਅਤੇ ਸਾਡੀ ਸਾਰਿਆਂ ਦੀ ਯਾਤਰਾ ਹੈ ਜੋ ਉਹ ਆਨੰਦਮਈ ਕੋਸ਼ ਤੱਕ ਪਹੁੰਚਣ ਲਈ ਹੈ। ਜਿੰਨੀ ਕਥਾ ਹੈ, ਵਿਚਾਰ ਹੈ, ਕੀਰਤਨ ਹੈ, ਸਿਮਰਨ ਹੈ, ਪੂਜਾ ਹੈ, ਪਾਠ ਹੈ, ਕਰਮਕਾਂਡ ਹੈ, ਜੋ ਵੀ ਐਨੀਥਿੰਗ ਐਲਸ, ਉਹ ਸਾਰੇ ਦਾ ਸਾਰਾ ਸਾਡਾ ਆਨੰਦਮਈ ਕੋਸ਼ ਤੱਕ ਪਹੁੰਚਣ ਲਈ ਹੈ। ਜਿਵੇਂ ਪੜਦੇ ਦਰ ਪੜਦੇ ਜਾਂ ਸਟੈਪ ਬਾਈ ਸਟੈਪ ਅਸੀਂ ਚੜ੍ਹਦੇ ਹਾਂ, ਇਸੇ ਤਰ੍ਹਾਂ ਹੀ ਸਾਡੀ ਜੋ ਬਨਾਵਟ ਹੈ ਸਰੀਰ ਦੀ ਵੀ ਕੁਝ ਇਸ ਤਰ੍ਹਾਂ ਪਰਮਾਤਮਾ ਨੇ ਘੜੀ ਹੋਈ ਹੈ। ਬ੍ਰਹਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ, ਕੁਝ ਘਾੜਤ ਇਸ ਤਰ੍ਹਾਂ ਦੀ ਘੜੀ ਹੋਈ ਹੈ। ਔਰ ਇਹ ਜੋ ਕਮਰੇ ਨੇ, ਜੋ ਇਹ ਕੋਸ਼ ਨੇ, ਜਿਵੇਂ ਕਿ ਅੰਨਮਈ ਕੋਸ਼ ਹੈ, ਪ੍ਰਾਣਮਈ ਕੋਸ਼ ਹੈ, ਇੱਥੇ ਇੰਦਰੀਆਂ ਦੇ ਰਸ ਨੇ। ਅਤੇ ਇੰਦਰੀਆਂ ਦੇ ਰਸ ਕਿਹੜੇ ਨੇ? ਤਾਂ ਇੰਦਰੀਆਂ ਦੇ ਰਸ ਕਿਹੜੇ ਨੇ? ਪਹਿਲਾ ਰਸ ਹੈ ਅੱਖਾਂ ਦਾ ਰਸ, ਫਿਰ ਹੈ ਕੰਨਾਂ ਦਾ ਰਸ, ਰਸਨਾ ਦਾ ਰਸ, ਨਾਸਕਾ ਦਾ ਰਸ ਅਤੇ ਖਲੜੀ ਦਾ ਰਸ। ਇਹ ਸਾਡੇ 5 ਗਿਆਨ ਇੰਦਰੀ ਨੇ। ਪਰਮਾਤਮਾ ਦੀ ਬੜੀ ਸੁੰਦਰ ਰਚਨਾ ਕਿ 5 ਹੀ ਸਾਡੇ ਗਿਆਨ ਇੰਦਰੀ ਨੇ, 5 ਹੀ ਸਾਡੇ ਕਰਮ ਇੰਦਰੀ ਨੇ, 5 ਹੀ ਸਾਡੀਆਂ ਇੰਦਰੀਆਂ ਨੇ, 5 ਹੀ ਸਾਡੇ ਸਰੀਰ ਅੰਦਰ ਚੱਲਦੀਆਂ ਹੋਈਆਂ ਵੱਡੀਆਂ ਅਤੇ 5 ਹੀ ਸਾਡੇ ਅੰਦਰ ਚੱਲਦੀਆਂ ਹੋਈਆਂ ਛੋਟੀਆਂ ਪੌਣਾਂ ਨੇ। 25 ਪ੍ਰਕਿਰਤੀਆਂ ਨੇ ਇਸ ਸਰੀਰ ਨੂੰ ਚਲਾਉਣ ਵਾਸਤੇ। ਸੋ ਮੈਂ ਮੁਕਤਸਰ ਆਪਣੀ ਗੱਲ 'ਤੇ ਆਵਾਂ ਤਾਂ ਸਾਡਾ ਅੰਨਮਈ ਕੋਸ਼ ਹੈ ਅਤੇ ਪ੍ਰਾਣਮਈ ਕੋਸ਼ ਹੈ। ਇਹਨਾਂ ਦੇ ਵਿਚਾਲੇ ਹੈ ਮਨਮਈ ਕੋਸ਼। ਜੇ ਤਾਂ ਸੁਰਤ ਮਨਮਈ ਕੋਸ਼ ਤੋਂ ਪਾਰ ਲੰਘ ਜਾਂਦੀ ਹੈ, ਯਾਨੀ ਕਿ ਵਿਗਿਆਨਮਈ ਕੋਸ਼ ਅਤੇ ਆਨੰਦਮਈ ਕੋਸ਼ ਤੱਕ ਪਹੁੰਚ ਜਾਂਦੀ ਹੈ, ਇਸ ਸ਼ਖਸ ਨੂੰ ਕਹਿੰਦੇ ਨੇ ਬ੍ਰਹਮ ਗਿਆਨੀ, ਸਾਧੂ, ਸੰਤ, ਮਹਾਤਮਾ। ਅਗਰ ਇਹ ਸੁਰਤ ਦੀ ਜੋ ਯਾਤਰਾ ਹੈ, ਜੇ ਇਹ ਪਿੱਛੇ ਰਹਿ ਜੇ, ਯਾਨੀ ਕਿ ਅੰਨਮਈ ਕੋਸ਼ ਅਤੇ ਪ੍ਰਾਣਮਈ ਕੋਸ਼, ਤਾਂ ਫਿਰ ਇਸ ਨੂੰ ਕੀ ਕਿਹਾ ਜਾ ਸਕਦਾ? ਇਹ ਹੈ ਸੰਸਾਰੀ। ਇੱਕ ਮਨਮੁਖ ਹੈ, ਇੱਕ ਗੁਰਮੁਖ ਹੈ। ਮਨਮੁਖ ਉਹ ਜੋ ਅੰਨਮਈ ਕੋਸ਼ ਅਤੇ ਪ੍ਰਾਣਮਈ ਕੋਸ਼ ਦੇ ਵਿੱਚ ਹੀ ਅਟਕਿਆ ਹੋਇਆ ਹੈ, ਅਤੇ ਗੁਰਮੁਖ ਕੌਣ ਹੈ? ਜੋ ਮਨਮਈ ਕੋਸ਼ ਤੋਂ ਲੰਘ ਕੇ ਅੱਗੇ ਵਿਗਿਆਨਮਈ ਕੋਸ਼ ਅਤੇ ਪ੍ਰਾਣਮਈ ਕੋਸ਼ ਤੱਕ ਪਹੁੰਚ ਜਾਂਦਾ। ਤੋ ਮੁਕਤਸਰ ਆਪਣੇ ਟੌਪਿਕ 'ਤੇ ਆਵਾਂ। ਅੱਖਾਂ ਦਾ ਰਸ ਹੈ, ਕੰਨਾਂ ਦਾ ਰਸ ਹੈ, ਰਸਨਾ ਦਾ ਰਸ ਹੈ, ਨਾਸਕਾ ਦਾ ਰਸ ਹੈ ਅਤੇ ਖਲੜੀ ਦਾ ਰਸ ਹੈ। ਅਤੇ ਇਹਨਾਂ ਦੇ ਵਿੱਚ ਤੀਸਰਾ ਜਿਹੜਾ ਹੈ ਉਹ ਮਨਮਈ ਕੋਸ਼, ਅਤੇ ਮਨ ਇੱਕ ਕਮਰਾ ਹੈ। ਆਪਾਂ ਵੈਸੇ ਸਮਝਣ ਵਾਸਤੇ ਗੱਲ ਕਰ ਰਹੇ ਹਾਂ। ਇਸ ਤਰ੍ਹਾਂ ਇਸ ਵਿੱਚ ਕੋਈ ਪ੍ਰਵੇਸ਼ ਕਰਦਾ ਹੈ। ਮਨਮਈ ਕੋਸ਼ ਦੇ ਵਿੱਚ ਹਰੇਕ ਦੀ ਪਹੁੰਚ ਨਹੀਂ ਹੈ ਸੰਗਤ ਜੀ, ਕੋਈ ਵਿਰਲਾ ਪਹੁੰਚ ਕਰਦਾ। ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਪ੍ਰਵੇਸ਼ ਕਰਨਾ ਤਾਂ ਇੱਕ ਪਾਸੇ, ਇਹਨੂੰ ਦੇਖਣਾ ਵੀ ਇੱਕ ਬਹੁਤ ਕਠਿਨ ਕਾਰਜ ਹੈ। ਕੋਈ ਵਿਰਲਾ ਦੇਖਦਾ। ਗੁਰੂ ਮਹਾਰਾਜ ਦਾ ਪਾਵਨ ਬਾਣੀ ਦਾ ਸ਼ਬਦ ਵੀ ਹੈ, ਇਹੋ ਮਨ ਆਰਸੀ ਕੋਈ ਗੁਰਮੁਖ ਵੇਖੇ। ਕੌਣ ਦੇਖੇਗਾ? ਕੌਣ ਪ੍ਰਵੇਸ਼ ਕਰੇਗਾ? ਜੋ ਅੰਤਰਮੁਖੀ ਹੋਵੇਗਾ ਉਹ ਦੇਖੇਗਾ। ਜੋ ਅੰਤਰਮੁਖ ਹੋਣ ਦੀ ਹੋਰ ਗਹਿਰਾਈ ਸਾਧਨਾ ਕਰਨਾ ਚਾਹੁੰਦਾ ਹੈ ਉਹ ਇਸ ਨੂੰ ਵੇਖੇਗਾ। ਉਹ ਮਨ ਵਿੱਚ ਪ੍ਰਵੇਸ਼ ਕਰ ਜਾਏਗਾ। ਉਸ ਦੇ ਅੰਦਰੋਂ ਗੀਤ ਨਿਕਲੇਗਾ, ਸੰਗੀਤ ਨਿਕਲੇਗਾ, ਕਵਿਤਾ ਨਿਕਲੇਗੀ। ਕਿਉਂਕਿ ਜਦੋਂ ਵੀ ਕੋਈ ਸ਼ਖਸ ਪਰਮਾਤਮਾ ਦੇ ਮਾਰਗ 'ਤੇ ਚੱਲਦਾ ਹੈ ਅਤੇ ਉਹਦੇ ਅੰਦਰੋਂ ਕੋਈ ਨਾ ਕੋਈ ਫੁਰਨਾ ਜ਼ਰੂਰ ਪ੍ਰਗਟ ਹੁੰਦਾ। ਭਾਵੇਂ ਉਹ ਗੀਤ ਬਣ ਕੇ ਗਾ ਹੋਵੇ, ਭਾਵੇਂ ਉਹ ਸੰਗੀਤ ਬਣ ਕੇ ਗਾ ਹੋਵੇ, ਭਾਵੇਂ ਉਹ ਲਿਖਤ ਨਾਲ ਪ੍ਰਗਟ ਹੋਵੇ, ਕਿਸੇ ਨਾ ਕਿਸੇ ਰੂਪ ਦੇ ਵਿੱਚ ਪਰਮਾਤਮਾ ਪ੍ਰਗਟ ਹੋ ਜਾਂਦਾ। ਮੈਂ ਅਕਸਰ ਆਪਣੀ ਕਥਾ ਵਿੱਚ ਬਿਆਨ ਕਰਦਾ ਹੁੰਦਾ ਕਿ ਪਹਿਲੀ ਗੱਲ ਹੈ ਕਿ ਸ਼ੇਰਨੀ ਦਾ ਦੁੱਧ ਚੋਣਾ ਹੀ ਬਹੁਤ ਔਖਾ ਹੈ। ਜੇ ਚੋਲੀਏ ਤਾਂ ਫਿਰ ਉਹਨੂੰ ਸੰਭਾਲਣਾ ਬਹੁਤ ਔਖਾ ਹੈ, ਕਿਉਂਕਿ ਸ਼ੇਰਨੀ ਦਾ ਦੁੱਧ ਜੋ ਪ੍ਰਮਾਣਿਕ ਗਾਥਾ ਅਨੁਸਾਰ ਕਿ ਉਹ ਸੋਨੇ ਦੇ ਭਾਂਡੇ ਦੇ ਵਿੱਚ ਟਿਕਦਾ, ਵੈਸੇ ਉਹ ਟਿਕਦਾ ਨਹੀਂ। ਪਹਿਲੀ ਗੱਲ ਹੈ ਕਿ ਇਹ ਸਰੀਰ ਦੇ ਅੰਦਰੋਂ ਪਰਮਾਤਮਾ ਨੂੰ ਪ੍ਰਗਟ ਕਰਨਾ ਬਹੁਤ ਔਖਾ ਹੈ। ਅਗਰ ਪ੍ਰਗਟ ਹੋ ਜਾਂਦਾ ਹੈ ਤਾਂ ਫਿਰ ਉਹਨੂੰ ਸੰਭਾਲਣਾ ਬਹੁਤ ਔਖਾ ਹੈ। ਤਾਂ ਜਦੋਂ ਕੋਈ ਪਰਮਾਤਮਾ ਦੇ ਨੇੜੇ ਪਹੁੰਚਦਾ ਹੈ ਤਾਂ ਉਹਦੇ ਅੰਦਰੋਂ ਕੋਈ ਨਾ ਕੋਈ ਕਲਾ ਜਨਮ ਲੈਂਦੀ ਹੈ। ਲਾਜ਼ਮੀ ਹੈ ਕੁਛ ਨਾ ਕੁਛ ਨਿਕਲੇਗਾ। ਗਿਆਨ ਨਿਕਲ ਸਕਦਾ ਹੈ, ਵਿਗਿਆਨ ਨਿਕਲ ਸਕਦਾ ਹੈ, ਕੁਝ ਵੀ ਨਿਕਲ ਸਕਦਾ। ਇੱਕ ਸਾਇੰਟਿਸਟ
ਹਮੇਸ਼ਾ ਇਸ ਤੀਸਰੇ ਕਮਰੇ ਵਿੱਚ ਖੋਇਆ ਰਹਿੰਦਾ। ਮਾਫੀ ਮੰਗਲਾ, ਮੈਂ ਖੁਦ ਵੀ ਸਾਇੰਟਿਸਟ ਹਾਂ, ਬਿਕੋਜ਼ ਆਈ ਐਮ ਅ PhD ਇਨ ਮਾਈਕਰੋਬਾਇਓਲੋਜੀ। ਤਾਂ ਰੀਸੈਂਟਲੀ ਇੱਕ ਪੇਪਰ ਹੈ ਜੋ ਇੰਟਰਨੈਸ਼ਨਲ ਲੈਵਲ 'ਤੇ ਵੀ ਪਬਲੀਕੇਸ਼ਨ ਹੋਇਆ। ਸੰਗਤ ਦੀ ਕਿਰਪਾ, ਗੁਰੂ ਮਹਾਰਾਜ ਦੀ ਦਇਆ, ਤਾਂ ਕੁਝ ਮੇਰਾ ਵੀ ਇਸ ਤਰ੍ਹਾਂ ਦਾ ਸਾਇੰਸ ਨਾਲ ਸੰਬੰਧਿਤ ਹੈ। ਤਾਂ ਜਦੋਂ ਵੀ ਕੋਈ ਮਤਲਬ ਸਾਇੰਟਿਸਟ ਹੈ ਜਾਂ ਕੋਈ ਹੋਰ ਕਵੀ ਹੈ ਜਾਂ ਕੋਈ ਲਿਖਾਰੀ ਹੈ ਜਾਂ ਕੋਈ ਸੰਗੀਤਕਾਰ ਹੈ ਜਾਂ ਗੀਤਕਾਰ ਹੈ, ਤਾਂ ਉਹ ਇਸ ਤੀਸਰੇ ਕਮਰੇ ਦੇ ਵਿੱਚ ਹੀ ਘੁੰਮਦਾ ਰਹਿੰਦਾ, ਖੋਇਆ ਰਹਿੰਦਾ, ਹਰ ਟਾਈਮ ਆਪਣੇ ਮਨ ਵਿੱਚ ਖੋਇਆ ਰਹਿੰਦਾ। ਉਹ ਖੁਦ ਬਿਸਮਾਦ ਹੋ ਜਾਂਦਾ ਅਤੇ ਇਸ ਕਮਰੇ ਵਿੱਚ ਇੰਨਾ ਕੁਛ ਪਿਆ ਹੁੰਦਾ, ਇਸ ਨੂੰ ਵੇਖ ਵੇਖ ਕੇ ਬਿਸਮਾਦ ਹੋ ਜਾਂਦਾ। ਮੈਂ ਮਾਫੀ ਮੰਗ ਲਾਂ, ਗੱਲ ਥੋੜ੍ਹੀ ਜਿਹੀ ਗਹਿਰਾਈ ਵਾਲੀ ਹੈ, ਥੋੜ੍ਹੀ ਜਿਹੀ ਸਮਝ ਨੂੰ ਨੀਚੇ ਲੈ ਕੇ ਜਾਣਾ ਪਏਗਾ ਤਾਂ ਗੱਲ ਸਮਝ 'ਚ ਆਵੇ, ਗਹਿਰਾਈ ਜਾਣਾ ਪਏਗਾ। ਤਾਂ ਉਹ ਸਾਰਾ ਦਿਨ ਆਪਣੇ ਮਨ ਵਿੱਚ ਖੋਇਆ ਰਹਿੰਦਾ, ਕਿਉਂਕਿ ਇਸ ਕਮਰੇ ਦੇ ਵਿੱਚ ਹੈ ਹੀ ਇੰਨਾ ਕੁਛ। ਕਿਉਂਕਿ ਬਾਣੀ ਕੀ ਕਹਿੰਦੀ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਐ ਮਨ ਤੂੰ ਜੋਤ ਸਰੂਪ ਹੈ, ਅਤੇ ਜੇ ਮਨ ਜੋਤ ਸਰੂਪ ਹੈ ਅਤੇ ਇਹਦੇ ਵਿੱਚ ਤਾਂ ਫਿਰ ਬਹੁਤ ਕੁਛ ਪਿਆ। ਤਾਂ ਪਰਮਾਤਮਾ ਨੇ ਇਸ ਕਮਰੇ ਦੇ ਵਿੱਚ ਬਹੁਤ ਕੁਛ ਪਾਇਆ ਹੋਇਆ। ਕਿਸੇ ਬਹੁਤ ਵੱਡੇ ਕਲਾਕਾਰ ਨੂੰ ਦੇਖ ਕੇ ਇਹ ਨਾ ਸਮਝ ਲੈਣਾ ਕਿ ਸਾਡੇ ਮਨ ਦੇ ਕਮਰੇ ਵਿੱਚ ਕੁਛ ਵੀ ਨਹੀਂ। ਇਸ ਮਨ ਦੇ ਵਿੱਚ ਬਹੁਤ ਕੁਛ ਹੈ। ਫਰਕ ਸਿਰਫ ਇਤਨਾ ਹੈ ਕਿ ਆਮ ਦੁਨੀਆ ਘਰ ਤੋਂ ਬਾਹਰ ਰਹਿੰਦੀ ਹੈ। ਪਰਮਾਤਮਾ ਨੇ ਘਰ ਬੜਾ ਸੁੰਦਰ ਬਣਾਇਆ, ਪਰ ਕੀਤਾ ਕੀ ਜਾਏ, ਜੀਵ ਰਹਿੰਦਾ ਹੀ ਬਾਹਰ ਹੈ, ਪ੍ਰਵੇਸ਼ ਹੀ ਨਹੀਂ ਕਰਦਾ। ਭਾਵੇਂ ਘਰ ਇਸ ਦੇ ਕੋਲ ਹੈ, ਲੇਕਿਨ ਇੱਥੋਂ ਤੱਕ ਇਹਦੀ ਪਹੁੰਚ ਨਹੀਂ ਹੈ। ਇਹ ਪ੍ਰਭੂ ਪਿਆਸੇ ਦੀ ਇੱਥੇ ਤੱਕ ਤ੍ਰਿਪਤੀ ਨਹੀਂ ਕਿ ਇਹਨੂੰ ਸੰਗੀਤ ਮਿਲ ਗਿਆ, ਗੀਤ ਮਿਲ ਗਿਆ, ਗਿਆਨ ਮਿਲ ਗਿਆ, ਵਿਗਿਆਨ ਮਿਲ ਗਿਆ, ਇੱਕ ਫਿਲਸਫਾ ਮਿਲ ਗਿਆ, ਇਸ ਦੇ ਨਾਲ ਇਸ ਦੀ ਤ੍ਰਿਪਤੀ ਨਹੀਂ। ਅੱਜ ਤੱਕ ਕੋਈ ਸਾਇੰਟਿਸਟ ਤ੍ਰਿਪਤ ਨਹੀਂ ਹੋ ਸਕਿਆ। ਅਤ੍ਰਿਪਤੀ ਰਿਹਾ ਹਮੇਸ਼ਾ। ਕੋਈ ਮਹਾਨ ਕਵੀ ਵੀ ਤ੍ਰਿਪਤ ਨਹੀਂ ਰਿਹਾ, ਉਹ ਵੀ ਹਮੇਸ਼ਾ ਅਤ੍ਰਿਪਤੀ ਰਿਹਾ। ਕਹਿੰਦੇ ਨੇ ਕਿ ਜਦੋਂ ਮਹਾਨ ਕਵੀ, ਤੁਸੀਂ ਸਾਰੇ ਜਾਣਦੇ ਹੋਗੇ ਰਵਿੰਦਰਨਾਥ ਟੈਗੋਰ ਜੀ, ਜੋ ਕਿ ਸਾਡੇ ਸੰਸਕ੍ਰਿਤ ਦੇ ਯਾਨੀ ਕਿ ਬ੍ਰਿਜ ਭਾਸ਼ਾ, ਗੁਜਰਾਤੀ ਭਾਸ਼ਾ ਦੇ ਬੜੇ ਮਹਾਨ ਕਵੀ, ਸੰਤ ਕਵੀ ਮੰਨੇ ਜਾਂਦੇ। ਮੈਂ ਅਕਸਰ ਇਹ ਬਿਆਨ ਕਰਦਾ ਹੁੰਦਾ ਕਿ ਅਗਰ ਗੁਰਮੁਖੀ ਦੇ ਕੋਈ ਸੰਤ ਕਵੀ ਲੱਭਣੇ ਹੋਣ ਤਾਂ ਉਹ ਨੇ ਭਾਈ ਵੀਰ ਸਿੰਘ ਜੀ। ਅਗਰ ਸੰਸਕ੍ਰਿਤ ਔਰ ਬ੍ਰਿਜ ਭਾਸ਼ਾ ਯਾਨੀ ਗੁਜਰਾਤੀ ਭਾਸ਼ਾ ਦੇ ਕੋਈ ਸੰਤ ਕਵੀ ਨੇ ਤਾਂ ਉਹਨੇ ਰਵਿੰਦਰਨਾਥ ਟੈਗੋਰ। ਔਰ ਅਗਰ ਫਾਰਸੀ, ਅਰਬੀ ਔਰ ਉਰਦੂ ਦੇ ਆਲਮ ਫਾਜ਼ਲ ਕਵੀ, ਸੰਤ ਕਵੀ ਲੱਭਣੇ ਹੋਣ ਤਾਂ ਉਹਨੇ ਡਾਕਟਰ ਮੁਹੰਮਦ ਇਕਬਾਲ। ਇਹਨਾਂ ਕਵੀਆਂ ਨੂੰ ਇੱਕ ਵਾਰੀ ਜ਼ਰੂਰ ਪੜ੍ਹਨਾ, ਬੜੀਆਂ ਡੂੰਘੀਆਂ ਇਹਨਾਂ ਨੇ ਬਿਆਨ ਕੀਤੀ ਹੋਈ ਗੱਲ। ਚਲੋ ਮੈਂ ਮੁਕਤਸਰ ਆਪਣੀ ਗੱਲ 'ਤੇ ਆਵਾਂ। ਕੋਈ ਮਹਾਨ ਕਵੀ ਵੀ ਤ੍ਰਿਪਤ ਨਹੀਂ ਹੋਇਆ ਅੱਜ ਤੱਕ। ਕਹਿੰਦੇ ਨੇ ਕਿ ਜਦੋਂ ਰਵਿੰਦਰਨਾਥ ਟੈਗੋਰ ਜੀ ਦਾ ਅੰਤਿਮ ਸਵਾਸ ਸਨ, ਉਹਨਾਂ ਦਾ ਇੱਕ ਸ਼ਿਸ਼ ਜੋ ਉਹਨਾਂ ਦੀ ਜ਼ਿੰਦਗੀ ਭਰ ਉਹਨਾਂ ਦੇ ਨਾਲ ਰਿਹਾ ਸੀ, ਉਹਨਾਂ ਨੇ ਕਿਹਾ ਕਿ ਠਾਕੁਰ ਜੀ, ਤੁਸੀਂ ਤਾਂ ਸੰਸਾਰ ਤੋਂ ਬੜੇ ਖੁਸ਼ ਹੋ ਕੇ ਜਾ ਰਹੇ ਹੋਵੋਗੇ। ਜੋ ਕੁਝ ਤੁਸੀਂ ਗਾਉਣਾ ਸੀ ਗਾ ਲਿਆ, ਜੋ ਕੁਝ ਤੁਸੀਂ ਵਜਾਉਣਾ ਸੀ ਵਜਾ ਲਿਆ। ਤੁਸੀਂ 600 ਗੀਤ ਦੇ ਲਿਖਾਰੀ ਹੋ, ਇੰਨੇ ਮਹਾਨ ਕਵੀ ਸ਼ਾਇਰ ਹੋ, ਤੁਸੀਂ ਤਾਂ ਬੜੇ ਪ੍ਰਸੰਨ ਚਿੱਤ ਹੋ, ਅਤੇ ਪ੍ਰਸੰਨ ਚਿੱਤ ਹੋ ਕੇ ਤੁਸੀਂ ਜਾ ਰਹੇ ਹੋ ਦੁਨੀਆ ਤੋਂ। ਕਹਿੰਦੇ ਨੇ ਅੰਤਮ ਸਮੇਂ ਉਹਨਾਂ ਦੀਆਂ ਅੱਖਾਂ ਭਰ ਆਈਆਂ, ਹੰਝੂ ਵਗ ਰਹੇ ਸਨ। ਰਵਿੰਦਰਨਾਥ ਟੈਗੋਰ ਸਮੇਂ ਦੇ ਮਹਾਨ ਕਵੀ, ਪਰ ਅੰਤਿਮ ਸਮੇਂ ਅੱਖਾਂ ਦੇ ਵਿੱਚੋਂ ਹੰਝੂ। ਉਹਨਾਂ ਦਾ ਸ਼ਾਗਿਰਦ ਦੰਗ ਰਹਿ ਗਿਆ ਕਿ ਸਵਾਮੀ ਜੀ ਤੁਸੀਂ ਇਹ ਕੀ ਕਰ ਰਹੇ ਹੋ, ਵੀ ਤੁਸੀਂ ਤਾਂ ਇੰਨੇ ਮਹਾਨ ਕਵੀ ਹੋ, ਮੇਰੀ ਨਿਗਾਹ ਦੇ ਵਿੱਚ ਤੁਹਾਡੀ ਜਿਹੜੀ ਬਹੁਤ ਉੱਚਾ ਹੈ, ਪਰ ਮੈਂ ਦੰਗ ਰਹਿ ਗਿਆ ਤੁਹਾਡੀ ਅਵਸਥਾ ਦੇਖ ਕੇ। ਮੈਂ ਤਾਂ ਸਮਝਦਾ ਸੀ ਕਿ ਜੀਵਨ ਮੁਕਤ ਹਨ ਅਤੇ ਮਰਨ ਦਾ ਇਹਨਾਂ ਨੂੰ ਵੀ ਕੋਈ ਦੁੱਖ ਨਹੀਂ, ਇਹਨਾਂ ਨੂੰ ਕੋਈ ਗਮ ਨਹੀਂ ਹੈ। ਤਾਂ ਟੈਗੋਰ ਜੀ ਕਹਿਣ ਲੱਗੇ, ਨਹੀਂ ਦੁੱਖ ਨਹੀਂ, ਜੋ ਤੂੰ ਕਿਹਾ ਹੈ ਇਸ ਨਾਲ ਪੀੜਾ ਹੋਈ ਹੈ। ਸ਼ਿਸ਼ ਕਹਿਣ ਲੱਗਾ, ਜੀ ਮੈਂ ਤਾਂ ਇਤਨਾ ਜਿਹਾ ਕੁਛ ਨਹੀਂ ਆਖਿਆ, ਮੈਂ ਤਾਂ ਸਿਰਫ ਇੰਨਾ ਆਖਿਆ ਕਿ ਤੁਸੀਂ ਜੋ ਗਾਉਣਾ ਸੀ ਗਾ ਲਿਆ, ਜੋ ਤੁਸੀਂ ਵਜਾਉਣਾ ਸੀ ਵਜਾ ਲਿਆ, ਜੋ ਤੁਸੀਂ ਕਹਿਣਾ ਸੀ ਉਹ ਕਹਿ ਲਿਆ। 600 ਗੀਤਾਂ ਦੀ ਲਿਖਾਰੀ ਤੁਸੀਂ ਪ੍ਰਸੰਨ ਚਿੱਤ ਹੋ ਕੇ ਜਾ ਰਹੇ ਹੋ। ਪਤਾ ਰਵਿੰਦਰਨਾਥ ਟੈਗੋਰ ਜੀ ਨੇ ਕੀ ਆਖਿਆ? ਕਹਿਣ ਲੱਗੇ, ਮੈਂ ਤੇ ਸਾਜ਼ਾਂ ਨੂੰ ਸੁਰ ਕਰਦਾ ਹੀ ਰਿਹਾ। ਗੱਲ ਸੁਣ, ਮਾੜੀ ਜਿਹੀ ਧਿਆਨ ਨਾਲ ਸੁਣਨ ਵਾਲੀ ਹੈ ਕਿ ਮੈਂ ਤਾਂ ਸਿਰਫ ਸਾਜ਼ਾਂ ਨੂੰ ਸੁਰ ਕਰਦਾ ਰਿਹਾ। ਸ਼ਾਇਦ ਆਪ ਨੂੰ ਪਤਾ ਹੋਵੇ, ਸਾਜ਼ ਨੂੰ ਵਜਾਉਣ ਨਾਲੋਂ ਸਾਜ਼ ਨੂੰ ਸੁਰ ਕਰਨਾ ਬੜਾ ਔਖਾ। ਇਹ ਉਹੀ ਇਨਸਾਨ ਜਾਣਦਾ ਜੋ ਮਾੜਾ ਜਿਹਾ ਇਸ ਚੀਜ਼ ਦਾ ਗਿਆਨ ਰੱਖਦਾ, ਉਹਨੂੰ ਮੇਰੀ ਗੱਲ ਇਹ ਪਕੜ ਜਾ ਜਾਏਗੀ ਕਿ ਸਾਜ਼ ਨੂੰ ਵਜਾਉਣ ਨਾਲੋਂ ਸਾਜ਼ ਨੂੰ ਸੁਰ ਕਰਨਾ ਬੜਾ ਔਖਾ। ਥੋੜ੍ਹੀ ਜਿਹੀ ਸੰਗੀਤ ਦੀ ਮਸ ਹੋਣ ਕਰਕੇ
क्योंकि दास भी इस चक्कर ਦੇ ਵਿੱਚ ਰਿਹਾ ਕੁਝ ਟਾਈਮ। ਤਾਂ ਮੈਨੂੰ ਪਤਾ ਹੈ ਕਿ ਤਬਲਾ ਵਜਾਉਣ ਦੇ ਨਾਲੋਂ ਤਬਲੇ ਨੂੰ ਸੁਰ ਕਰਨਾ ਬੜਾ ਔਖਾ ਹੈ, ਸਿਤਾਰ ਵਜਾਉਣ ਨਾਲੋਂ ਸਿਤਾਰ ਨੂੰ ਸੁਰ ਕਰਨਾ ਬੜਾ ਔਖਾ ਹੈ, ਇੱਕ ਤਾਰੇ ਨੂੰ ਵਜਾਉਣ ਨਾਲੋਂ ਉਹਨੂੰ ਸੁਰ ਕਰਨਾ ਬੜਾ ਔਖਾ, ਕਿਉਂਕਿ ਤਾਰਾ ਤਾਂ ਹਰ ਇੱਕ ਜਣਾ ਖਣਾ ਵਜਾ ਲੈਂਦਾ ਹੈ, ਪਰ ਸੁਰ ਕਰਨਾ ਬਹੁਤ ਔਖਾ। ਸਿਆਣਾ ਮਨੁੱਖ ਕੀ ਕਰ ਸਕਦਾ ਹੈ? ਟੈਗੋਰ ਕਹਿਣ ਲੱਗੇ, ਮੈਂ ਤਾਂ ਜ਼ਿੰਦਗੀ ਦਾ ਸਾਜ਼ ਸੁਰ ਹੀ ਕਰਦਾ ਰਹਿ ਗਿਆ। ਜਦ ਸੁਰ ਵਿੱਚ ਆ ਗਿਆ, ਗਾਉਣ ਦਾ ਵਕਤ ਆਇਆ, ਹੁਣ ਸਮਾਂ ਕੋਈ ਨਹੀਂ ਮੇਰੇ ਕੋਲ, ਸਾਡਾ ਸਮਾਂ ਹੀ ਮੁੱਕ ਗਿਆ। ਹਸਰਤ ਯਾਨੀ ਕਿ ਡਿਜ਼ਾਇਰ ਵਿੱਚ ਹੀ ਰਹਿ ਗਈਆਂ, ਸਾਰੀਆਂ ਹਸਰਤਾਂ ਵਿੱਚ ਹੀ ਰਹਿ ਗਈਆਂ, ਡਿਜ਼ਾਇਰ ਵਿੱਚ ਹੀ ਰਹਿ ਗਈਆਂ ਸਾਰੀਆਂ। ਹੇ ਪ੍ਰਭੂ, ਹੁਣ ਤਾਂ ਕਿਧਰੇ ਜ਼ਿੰਦਗੀ ਦਾ ਵਾਜਾ ਸੁਰ ਦੇ ਵਿੱਚ ਹੋਇਆ ਸੀ, ਹੁਣ ਤਾਂ ਮੈਂ ਤੇਰੇ ਗੀਤ ਗਾਉਣੇ ਸਨ, ਪਰ ਹੁਣ ਸਮਾਂ ਹੀ ਕੋਈ ਨਹੀਂ। ਜਿਵੇਂ ਸਟੇਜ 'ਤੇ ਕੋਈ ਬੈਠਾ ਹੋਵੇ, ਪਰ ਕੋਈ ਇੱਕ ਹੋਰ ਸ਼ਬਦ ਸੁਣਾਉਣਾ ਹੋਵੇ ਅਤੇ ਉਹਨੂੰ ਕਹਿ ਦਈਏ ਬਈ ਹੁਣ ਤੇਰਾ ਸਮਾਂ ਖਤਮ ਹੋ ਗਿਆ। ਤਾਂ ਟੈਗੋਰ ਦੇ ਅੰਦਰ ਹਸਰਤ ਵਿੱਚ ਹੀ ਰਹਿ ਗਈ। ਪਤਾ ਨਹੀਂ ਉਹ ਸ਼ਾਗਿਰਦ ਗੱਲ ਸਮਝਿਆ ਕਿ ਨਹੀਂ ਸਮਝਿਆ ਕਿ ਜ਼ਿੰਦਗੀ ਸੁਰ ਕਰਨਾ ਕੀ ਹੁੰਦੀ ਹੈ। ਇਹ ਜੋ ਸ਼ੇਖ ਸਾਦੀ ਸਾਹਿਬ ਕਹਿ ਰਹੇ ਨਾ, ਚਸ਼ਮੋ ਬੱਧ ਗੋਸ਼ੋ ਬੱਧ ਲਬਾ ਬੰਦ, ਇਸ ਇੱਕ ਲਾਈਨ ਦੇ ਵਿੱਚ ਬਹੁਤ ਕੁਛ ਹੈ। ਤਾਂ ਮੈਂ ਇਹਦੀ ਐਕਸਪਲੇਨੇਸ਼ਨ ਕਰ ਦਿਆਂ। ਗਲਤ ਦੇਖਣ ਨਾਲੋਂ ਜੇ ਆਪਣੀਆਂ ਅੱਖਾਂ ਨੂੰ ਬੰਦ ਕਰ ਲਓ, ਗਲਤ ਨਹੀਂ ਵੇਖਣਾ। ਗਲਤ ਸੁਣਨ ਨਾਲੋਂ ਜੇ ਆਪਣੇ ਕੰਨ ਬੰਦ ਕਰ ਲਈਏ, ਗਲਤ ਬਿਆਨੀ ਦੇ ਨਾਲੋਂ ਜੇ ਆਪਣੀ ਜੀਭ ਨੂੰ ਬੰਦ ਕਰ ਲਈਏ, ਇਤਨਾ ਕੁਛ ਕਰਨ ਦੇ ਬਾਵਜੂਦ ਜੇ ਨੂਰੇ ਹੱਕ ਇਲਾਹੀ ਨੂਰ, ਰੱਬ ਦਾ ਰਸ ਚਾਨਣ ਪ੍ਰਗਟ ਨਾ ਹੋਵੇ, ਇਹ ਫਕੀਰ ਕਹਿੰਦਾ ਹੈ ਮੈਨੂੰ ਗਾਲਾਂ ਕੱਢੀ, ਮੇਰੇ 'ਤੇ ਤੁਹਮਤਾਂ ਲਾਵੀਂ, ਮੈਨੂੰ ਕਹਿ ਦੀ ਕਿ ਤੂੰ ਝੂਠ ਬੋਲ ਰਿਹਾ। ਸ਼ੇਖ ਸਾਦੀ ਸਾਹਿਬ, ਮੈਂ ਸੱਚ ਕਹਿ ਰਿਹਾ, ਖੁਦ ਦਾ ਨੂਰ ਪ੍ਰਗਟ ਹੋਵੇਗਾ। ਇਸੇ ਨੂੰ ਤਾਂ ਕਬੀਰ ਕਹਿ ਰਹੇ ਨੇ, ਮੂੰਦ ਲੀਏ ਦਰਵਾਜ਼ੇ ਬਾਜੀਅਲ ਅਨਹਦ ਬਾਜੇ। ਧਿਆਨ ਬਾਹਰ ਜਾਵੇ, ਭਟਕੇ ਕਿਸੇ ਰੂਪ 'ਤੇ, ਕਿਸੇ ਗੰਦੇ ਸੰਗੀਤ 'ਤੇ। ਗੰਦਾ ਸੰਗੀਤ ਲੋਕ ਪੈਸੇ ਖਰਚ ਕਰਕੇ, ਸਮਾਂ ਖਰਚ ਕਰਕੇ ਸਾਰੀ ਰਾਤ ਰੀੜ੍ਹ ਦੀ ਹੱਡੀ ਸਿੱਧੀ ਰੱਖ ਕੇ ਸੁਣਦੇ ਨੇ ਅਤੇ ਗੰਦੇ ਦ੍ਰਿਸ਼ ਦੇਖਦੇ ਨੇ। ਮੈਂ ਮਾਫੀ ਮੰਗ ਲਾਂ ਜੀ, ਕਬੀਰ ਕਹਿੰਦੇ ਨੇ ਮੈਂ ਦਰਵਾਜ਼ੇ ਬੰਦ ਕਰ ਦਿੱਤੇ ਨੇ। ਜਿਸ ਦਿਨ ਬੰਦ ਕੀਤੇ ਦਰਵਾਜ਼ੇ ਅਤੇ ਤੁਹਾਨੂੰ ਖਬਰ ਮਿਲੇਗੀ ਮੇਰੇ ਦਰਵਾਜ਼ੇ ਬੰਦ ਹੋ ਗਏ ਨੇ, ਸੱਚ ਜਾਣਿਓ ਉਦੋਂ ਹੀ ਪਰਮਾਤਮਾ ਪ੍ਰਗਟ ਹੋ ਜਾਏਗਾ। ਉਦੋਂ ਹੀ ਪਰਮਾਤਮਾ ਦੀ ਆਵਾਜ਼ ਹੈ ਜਿਹੜੀ ਉਹ ਤੁਹਾਨੂੰ ਸੁਣ ਲੱਗ ਜੇ। ਠਾਕੁਰ ਮੇਰਾ ਸਦ ਬੋਲਣ ਤਾਂ ਸਦਾ ਬੋਲ ਰਿਹਾ ਉਹ, ਪਰ ਸੁਣਦਾ ਕਿਉਂ ਨਹੀਂ ਪਿਆ? ਕਿਉਂਕਿ ਜਿਹੜਾ ਇਹ ਮਨ ਹੈ, ਇਹ ਪਾਪਾਂ ਦੇ ਬੋਝ ਥੱਲੇ ਦਬਿਆ ਹੋਇਆ। ਆਨੰਦ ਨਾਦ ਪਰਮਾਤਮਾ ਦੀ ਆਵਾਜ਼ ਸੁਣਾਈ ਦੇ ਰਹੀ ਹੈ, ਇਹਨੂੰ ਆਨੰਦ ਨਾਦ ਕਹਿੰਦੇ ਨੇ। ਉਹ ਜੋ ਸਾਜ਼ ਜੋ ਬਿਨਾਂ ਕਿਸੇ ਚੋਟ ਤੋਂ ਪ੍ਰਗਟ ਹੋਵੇ, ਉਹਨੂੰ ਕਹਿੰਦੇ ਨੇ ਆਨੰਦ ਨਾਦ। ਨਾਦ ਉਹ ਜਿਸੇ ਕਿਤੇ ਚੋਟ ਲਾਈਏ, ਮੰਨ ਲਓ ਤਬਲਾ ਹੈ, ਉਹਦੇ ਉੱਪਰ ਚੋਟ ਕਰਦੇ ਤੋਂ ਵੱਜਦਾ, ਇਹਨੂੰ ਕਹਿੰਦੇ ਨਾਦ। ਪਰ ਆਨੰਦ ਨਾਦ ਜੋ ਬਿਨਾਂ ਕਿਸੇ ਚੋਟ ਤੋਂ ਪ੍ਰਗਟ ਹੋਵੇ, ਔਰ ਇਹ ਪਰਮਾਤਮਾ ਦੀ ਆਵਾਜ਼ ਹੈ। ਠਾਕੁਰ ਮੇਰਾ ਸਦ ਬੋਲਣ ਤੋਂ। ਆਨੰਦ ਨਾਦ ਵੀ ਇਸੇ ਹੀ ਮਨ ਵਿੱਚ ਸੁਣਾਈ ਦਿੰਦਾ ਹੈ, ਇਸੇ ਵਿੱਚ ਹੀ ਪਿਆ ਹੈ। ਕਲਾ ਪਈ ਹੈ, ਗਿਆਨ ਪਿਆ ਹੈ, ਵਿਗਿਆਨ ਪਿਆ ਹੈ, ਬੜਾ ਕੁਛ ਪਿਆ ਹੈ। ਸਮਾਂ ਮਨੁੱਖ ਦੇ ਕੋਲ ਥੋੜ੍ਹਾ ਹੈ, ਲੇਕਿਨ ਮਨ ਦੇ ਵਿੱਚ ਬਹੁਤ ਕੁਛ ਪਿਆ। ਇਸ ਤੀਸਰੇ ਕਮਰੇ ਵਿੱਚ ਬਹੁਤ ਕੁਛ ਪਿਆ। ਕੁਝ ਐਸਾ ਹਿੰਮਤਵਾਰ ਲੋਕ ਉਹ ਬਿਸਮਾਦ ਹੋ ਕੇ ਸੋਚਦੇ ਨੇ ਕਿ ਤੀਜੇ ਕਮਰੇ ਵਿੱਚ ਇੰਨਾ ਕੁਛ ਪਿਆ ਹੈ, ਜਰਾ ਚੌਥੇ ਨੂੰ ਵੇਖੀਏ, ਜਰਾ ਵਿਗਿਆਨਮਈ ਕੋਸ਼ ਨੂੰ ਦੇਖੀਏ। ਹੋਰ ਸ਼ਹਿਰ ਜਾਂਦੇ ਹਾਂ, ਹੋਰ ਕਮਰੇ ਵਿੱਚ ਜਾਂਦੇ ਹਾਂ, ਹੋਰ ਸ਼ਹਿਰ ਵਿੱਚ ਜਾਂਦੇ ਹਾਂ, ਅੱਗੇ ਲੰਘਦੇ ਹਾਂ। ਗਹਿਰੇ ਜਾਣ ਦਾ ਢੰਗ ਇਤਨਾ ਹੀ ਹੈ ਕਿ ਗਹਿਰਾ ਸੁਣਨਾ। ਜਿਤਨਾ ਗਹਿਰਾ ਕੋਈ ਸੁਣਦਾ ਹੈ, ਧਿਆਨ ਓਨਾ ਹੀ ਗਹਿਰਾ ਹੁੰਦਾ ਜਾਂਦਾ ਹੈ। ਚੌਥਾ ਕਮਰਾ ਵਿਗਿਆਨਮਈ ਕੋਸ਼, ਇਹ ਸਾਡੇ ਆਪਣਾ ਹੀ ਘਰ ਹੈ, ਜਿੱਥੇ ਪਹੁੰਚਦਿਆਂ ਮਨੁੱਖ ਸਿੱਧ ਹੋ ਜਾਂਦਾ ਹੈ। ਜੋ ਬੋਲੇਗਾ ਉਹ ਸੱਚ ਹੋ ਜਾਏਗਾ। ਜਿਹਨੂੰ ਬਾਣੀ ਦਾ ਫਰਮਾਨ ਹੈ, ਸਾਧੂ ਬੋਲੇ ਸਹਿਜ ਸੁਭਾਏ, ਸਾਧ ਕਾ ਬੋਲਾ ਬਿਰਥਾ ਨਾ ਜਾਏ। ਇਹ ਪਹਿਚਾਣ ਹੈ ਕਿ ਇਹਦੀ ਸੁਰਤ ਹੈ ਜਿਹੜੀ ਉਹ ਚੌਥੇ ਕਮਰੇ ਦੇ ਵਿੱਚ ਚਲੀ ਗਈ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਵਿਗਿਆਨਮਈ ਕੋਸ਼। ਉਹ ਬੋਲਿਆ ਬਿਰਥਾ ਨਹੀਂ ਜਾਂਦਾ, ਉਸ ਨੂੰ ਤਰ੍ਹਾਂ ਦੀਆਂ ਸਿੱਧੀਆਂ ਵੀ ਪ੍ਰਾਪਤ ਹੋ ਜਾਂਦੀਆਂ ਨੇ।
ਇਹ ਗੱਲ ਵੱਖਰੀ ਹੈ ਕਿ ਕੋਈ ਉਹਨਾਂ ਸਿੱਧੀਆਂ ਦੇ ਪ੍ਰਗਟਾਵਾ ਕਰਨ ਲੱਗ ਪੈਂਦਾ ਹੈ ਅਤੇ ਪੂਜਾ ਪ੍ਰਤਿਸ਼ਠਾ ਵੱਧ ਜਾਂਦੀ ਹੁੰਦੀ। ਉਹ ਫਿਰ ਇੱਥੇ ਹੀ ਰੁਕ ਜਾਇਆ ਕਰਦੇ ਨੇ, ਇਸ ਕਮਰੇ ਤੋਂ ਅੱਗੇ ਨਹੀਂ ਜਾਇਆ ਕਰਦੇ। ਬੜੇ ਬੜੇ ਸਿੱਧ ਇੱਥੇ ਰੁਕ ਚੁੱਕੇ ਨੇ। ਉਹ 84 ਸਿੱਧ ਇੱਥੇ ਹੀ ਰੁਕੇ ਹੋਏ ਹਨ। ਤਾਂ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਕੋਲ ਆ ਕੇ ਵੀ ਇੱਥੇ ਨਾ ਰੁਕੋ, ਅੱਗੇ ਲੰਘੋ। ਸਿੱਧ ਹੋਵੇ ਸਿੱਧ ਲਾਈ ਰਿਦ ਆਖਾਂ ਆਓ, ਗੁਪਤ ਪ੍ਰਗਟ ਹੋਏ ਵੈਸੇ ਲੋਕੋ, ਰਾਖੇ ਪਾਓ ਮਤ ਦੇਖੇ ਭੂਲਾਂ ਵਿਸਰੇ, ਤੇਰਾ ਚਿੱਤ ਨਾ ਆਵੈ ਨਾਉ। ਗੁਰੂ ਨਾਨਕ ਦੇਵ ਜੀ ਮਹਾਰਾਜ। ਕੋਈ ਧਨ ਕਰਕੇ ਭੁੱਲ ਜਾਂਦਾ, ਕੋਈ ਰੂਪ ਕਰਕੇ, ਕੋਈ ਤੇ ਪਹਿਲੇ ਕਮਰੇ ਵਿੱਚ ਹੀ ਰਹਿ ਜਾਂਦੇ ਨੇ, ਅੰਨਮਈ ਕੋਸ਼ ਦੇ ਤਲ 'ਤੇ ਹੀ ਰੁਕ ਜਾਂਦੇ ਨੇ, ਅੱਗੇ ਜਾਂਦੇ ਹੀ ਨਹੀਂ। ਕੁਝ ਐਸੇ ਨੇ ਜੋ ਚੌਥੇ ਕਮਰੇ ਵਿਗਿਆਨਮਈ ਕੋਸ਼ ਦੇ ਵਿੱਚ ਚਲੇ ਜਾਂਦੇ ਨੇ। ਇੱਥੇ ਪਹਿਲੇ ਵਾਲੇ ਕੋਸ਼ ਵਿੱਚ ਇਤਨਾ ਕੁਛ ਪਿਆ ਹੈ ਕਿ ਅੱਗੇ ਕਿੱਥੇ ਜਾਈਏ, ਅੱਗੇ ਕਿੱਥੇ ਜਾਈਏ। ਕਈ ਮਨਮਈ ਕੋਸ਼ ਤੋਂ ਅੱਗੇ ਨਹੀਂ ਜਾਂਦੇ। ਕਿਉਂ? ਕਿਉਂਕਿ ਇੱਥੇ ਇੰਨੀਆਂ ਕਵਿਤਾ ਮਿਲਦੀਆਂ ਨੇ, ਇੰਨੇ ਗੀਤ ਸੰਗੀਤ ਮਿਲਦੇ ਨੇ, ਇੱਥੇ ਦਰਸ਼ਨ ਫਿਲਸਫਾ ਮਿਲਦੇ ਨੇ, ਇੱਥੇ ਹੀ ਰੁਕ ਜਾਂਦੇ ਨੇ। ਇਸੇ ਵਿੱਚ ਹੀ ਜੀਵਨ ਬਤੀਤ ਕਰੀ ਜਾਂਦੇ ਨੇ। ਬਹੁਤ ਵੱਡੀ ਸ਼੍ਰੇਣੀ ਨਿਵਾਣ ਵਿੱਚ ਹੀ ਜਿਉਂਦੀ ਰਹਿੰਦੀ ਹੈ, ਮਨਮਈ ਕੋਸ਼ ਵਿੱਚ ਜਿਉਂਦੀ ਰਹਿੰਦੀ, ਇੰਦਰੀਆਂ ਦੇ ਰਸ ਵਿੱਚ ਜਿਉਂਦੀ ਰਹਿੰਦੀ ਹੈ। ਭਾਵ ਕਿ ਪ੍ਰਭੂ ਦੇ ਦਿੱਤੇ ਹੋਏ 5 ਕਮਰਿਆਂ ਦੇ ਮਕਾਨ ਵੀ ਪ੍ਰਭੂ ਨੇ ਹੀ ਦਿੱਤਾ ਹੈ। ਇਹ ਜੋ ਘਰ ਸਾਨੂੰ ਪ੍ਰਭੂ ਨੇ ਦਿੱਤਾ ਹੈ ਨਾ, ਇਹ ਕੋਈ 2 ਕਮਰਿਆਂ ਦਾ ਥੋੜ੍ਹੀ। ਇਹ ਜੋ ਮਹਿਲ ਸਰੀਰ ਸਾਨੂੰ ਦਿੱਤਾ ਹੈ, ਜਿਵੇਂ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਪੂਰਨ ਮਨੁੱਖ ਅਸੀਂ ਉਸ ਨੂੰ ਆਖਦੇ ਹਾਂ ਜੋ ਪੂਰਨ ਤੌਰ 'ਤੇ 5 ਕਮਰਿਆਂ ਵਿੱਚ ਜੀਵਿਆ ਹੈ, ਆਪਣੀ ਜ਼ਿੰਦਗੀ ਬਤੀਤ ਕੀਤੀ ਹੈ। ਚੌਥੇ ਕਮਰੇ ਵਿੱਚ ਪਹੁੰਚਿਆ ਮਨੁੱਖ ਸਿੱਧ ਹੋ ਜਾਂਦਾ। ਉਹ ਇਸ ਸਿੱਧੀ ਨੂੰ ਕਿਧਰੇ ਵੀ ਅਗਰ ਪ੍ਰਗਟ ਕਰਦਾ ਹੈ ਤਾਂ ਪ੍ਰਭੂ ਦੀ ਅਹਿਮੀਅਤ ਜਤਾਉਣ ਵਾਸਤੇ, ਖਾਸੀਅਤ ਜਤਾਉਣ ਵਾਸਤੇ ਜਾਂ ਸੁੱਤੇ ਸਿੱਧ ਤੋਂ ਹੋ ਜਾਂਦੀ ਹੈ। ਜੈਸੇ ਕਿਸੇ ਫੁੱਲ ਨੂੰ ਆਖੀਏ ਕਿ ਤੂੰ ਮਹਿਕ ਕਿਉਂ ਵੰਡਦਾ, ਪਰ ਆਵੇ ਉਦੋਂ ਮਹਿਕ ਉਹਦੀ ਪ੍ਰਗਟ ਹੋ ਜਾਂਦੀ ਹੈ ਜਦੋਂ ਉਹ ਖਿੜਦਾ। ਤਾਂ ਕਹਿਣ ਦਾ ਮਤਲਬ ਕੀ ਹੋਇਆ? ਸ਼ਾਇਦ ਮੇਰੀ ਗੱਲ ਪਕੜ ਦੇ ਵਿੱਚ ਨਾ ਆਵੇ, ਕਿਉਂਕਿ ਗੱਲ ਥੋੜ੍ਹੀ ਜਿਹੀ ਗੁੰਝਲਦਾਰ ਹੈ। ਕਿ ਅਗਰ ਫੁੱਲ ਨੂੰ ਕਹੀਏ ਕਿ ਤੂੰ ਖਿੜਦਾ ਰਿਹਾ ਹੈ ਪਰ ਤੂੰ ਆਪਣੀ ਮਹਿਕ ਦਾ ਪ੍ਰਗਟਾਵਾ ਨਾ ਕਰ, ਨਹੀਂ, ਇਹ ਫੁੱਲ ਦਾ ਸੁਤੇ ਸਿੱਧ ਸੁਭਾਅ ਹੈ, ਕੁਦਰਤ ਦਾ ਨਿਯਮ ਹੈ ਕਿ ਜੋ ਫੁੱਲ ਖਿੜ ਰਿਹਾ ਹੈ ਉਹਨੇ ਇੱਕ ਦਿਨ ਪ੍ਰਗਟ ਹੋ ਜਾਣਾ। ਇਸੇ ਤਰ੍ਹਾਂ ਜਿਸ ਦਿਨ ਕੋਈ ਮਨੁੱਖ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ, ਉਹਦੇ ਅੰਦਰੋਂ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਮੈਂ ਮਾਫੀ ਮੰਗ ਲਾਂ, ਪੋਸਟਰ ਛਪਾ ਕੇ ਕੰਧਾਂ ਉੱਪਰ ਲਾ ਕੇ ਦੱਸਣ ਦੀ ਲੋੜ ਨਹੀਂ ਕਿ ਫਲਾਣਾ ਸੰਤ ਇੰਨਾ ਹੈ, ਫਲਾਣਾ ਸੰਤ ਇੰਨਾ ਹੈ, ਇਹ 1008 ਹੈ, ਇਹ 1000 ਇੰਨਾ ਹੈ, ਦੱਸਣ ਦੀ ਲੋੜ ਨਹੀਂ। ਜਿਹੜਾ ਸੰਤ ਹੈ ਉਹ ਫਿਰ ਸੰਤ ਪ੍ਰਗਟ ਹੋ ਜਾਇਆ ਕਰਦਾ। ਜਿਵੇਂ ਫੁੱਲ ਨੂੰ ਦੱਸਣ ਦੀ ਲੋੜ ਨਹੀਂ ਕਿ ਮੈਂ ਗੁਲਾਬ ਹਾਂ, ਮੈਂ ਕਮਲ ਹਾਂ, ਮੈਂ ਚਮੇਲੀ ਹਾਂ, ਮੈਂ ਕੌਣ ਹਾਂ, ਇਸੇ ਤਰ੍ਹਾਂ ਇੱਕ ਮਨੁੱਖ ਦੇ ਅੰਦਰ ਜਦੋਂ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ, ਉਹਨੂੰ ਫਿਰ ਦੱਸਣ ਦੀ ਲੋੜ ਨਹੀਂ ਕਿ ਪਰਮਾਤਮਾ ਪ੍ਰਗਟ ਹੈ ਜਾਂ ਅਪ੍ਰਗਟ ਹੈ। ਸੰਬੰਧ ਖਿਲਾਰਨਾ ਬਹੁਤ ਸੌਖਾ ਹੈ। ਕਈ ਦਫਾ ਇੱਕ ਸਿੱਧੀਆਂ ਨਾਲ ਇਤਨਾ ਭਰ ਜਾਂਦਾ ਹੈ ਕਿ ਸਿੱਧੀਆਂ ਉਸ ਤੋਂ ਆਪ ਪ੍ਰਗਟ ਹੋ ਜਾਇਆ ਕਰਦੀਆਂ। ਉਹ ਚਾਹੁੰਦਾ ਨਹੀਂ ਕਿ ਮੈਂ ਸਿੱਧੀਆਂ ਪ੍ਰਗਟ ਕਰਨੀਆਂ, ਪਰ ਫਿਰ ਵੀ ਉਹ ਸਿੱਧੀਆਂ ਪ੍ਰਗਟ ਕਰਦਾ। ਜੈਸੇ ਬਾਬਾ ਰਾਮ ਰਾਏ ਨੇ ਕੀਤੀਆਂ। ਉਹਨਾਂ ਨੇ ਤਕਰੀਬਨ 12 ਕਰਾਮਾਤਾਂ ਔਰੰਗਜ਼ੇਬ ਨੂੰ ਦਿਖਾਈਆਂ। ਸਿਰਫ ਇਸ ਵਾਸਤੇ ਨੀਅਤ ਠੀਕ ਨਹੀਂ ਸੀ ਬਈ ਔਰੰਗਜ਼ੇਬ ਦੀ ਤਾਕਤ ਮੈਨੂੰ ਮਿਲ ਜਾਏ, ਮੈਂ ਗੁਰੂ ਹੋਣ ਦਾ ਦਾਅਵਾ ਕਰਾਂ। ਰਾਜਨੀਤਿਕ ਆਸਰੇ 'ਤੇ ਗੁਰੂ ਸਿਰਫ ਰਾਮ ਰਾਏ ਨੇ ਥੋੜ੍ਹੀ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ। ਪੰਜਾਬ ਦੇ ਵਿੱਚ ਤਾਂ ਬਹੁਤ ਸਾਰੇ ਗੁਰੂ ਇਸ ਢੰਗ ਨਾਲ ਬਣੇ ਹੋਏ ਨੇ। ਬਾਹਰ ਦੀ ਕਿਸੇ ਸ਼ਕਤੀ ਨਾਲੋਂ ਅੰਦਰੋਂ ਉਹਨਾਂ ਦੀ ਕੱਖ ਵੀ ਨਹੀਂ ਲੱਭਿਆ। ਪਰ ਗੁਰੂ ਹਰ ਰਾਏ ਸਾਹਿਬ ਨੇ ਉਹਨਾਂ ਨੂੰ ਬਿਲਕੁਲ ਮੂੰਹ ਨਹੀਂ ਲਾਇਆ। ਤੂੰ ਪ੍ਰਸਿੱਧ ਹੋਣ ਵਾਸਤੇ ਸਿੱਧੀਆਂ ਦਿਖਾਉਂਦਾ ਰਹਿਣਾ। ਇਹ ਸਿੱਧੀਆਂ ਸਿਰਫ ਤੇਰੇ ਕੋਲ ਪ੍ਰਗਟ ਹੀ ਨਹੀਂ ਹੋਈਆਂ, ਆਪਣੇ ਆਪ ਨਹੀਂ ਤੂੰ ਪ੍ਰਗਟ ਕਰਤੀ। ਤੂੰ ਚਾਹਿਆ ਹੈ, ਤੂੰ ਚਾਹੁੰਦਾ ਹੈ
ਕਿ ਬਾਦਸ਼ਾਹ ਤੈਨੂੰ ਸਲਾਮ ਕਰੇ, ਤੂੰ ਇਸ ਵਾਸਤੇ ਪ੍ਰਗਟ ਕੀਤੀਆਂ ਨੇ।